इंडियन फॉरेन पॉलिसी बेसिक प्रिंसिपल +2 आर्ट्स। ठीक है, तो ਆਪਾਂ ਚੈਪਟਰ ਸਟਾਰਟ ਕਰਦੇ ਹਾਂ। ਚੈਪਟਰ ਦੇ ਵਿੱਚ ਜਿਹੜਾ ਤੀਸਰਾ ਪੁਆਇੰਟ ਸੀ ਬੇਸਿਕ ਪ੍ਰਿੰਸੀਪਲ ਦਾ, ਅਸੀਂ ਤੀਸਰਾ ਪੁਆਇੰਟ ਕਰ ਰਹੇ ਹਾਂ ਕਿ ਕੋਆਪਰੇਸ਼ਨਸ ਵਿਦ ਦਾ ਯੂਨਾਈਟਿਡ ਨੇਸ਼ਨ, ਕਹਿੰਦੇ ਸੰਯੁਕਤ ਰਾਸ਼ਟਰ ਦੇ ਨਾਲ ਸਹਿਯੋਗ। ਫੋਰਨ ਪੋਲਿਸੀ ਦਾ ਪਹਿਲਾਂ ਮੈਂ ਦੁਬਾਰਾ ਤੋਂ ਇੱਕ ਵਾਰੀ ਮਤਲਬ ਦੱਸ ਦਵਾਂ ਕਿ ਫੋਰਨ ਪੋਲਿਸੀ ਦਾ ਮਤਲਬ ਕੀ ਆ। ਫੋਰਨ ਪੋਲਿਸੀ ਦਾ ਬਸ ਇਹੀ ਮਤਲਬ ਹੈ ਕਿ ਦੂਜੇ ਦੇਸ਼ਾਂ ਦੇ ਨਾਲ ਗੁੱਡ ਰਿਲੇਸ਼ਨ ਬਣਾਣੇ। ਠੀਕ ਹੈ, ਵੈਸੇ ਤਾਂ ਨਾ ਵੀ ਬਣਾਓ ਤੇ ਚੱਲਦਾ ਹੈ, ਲੇਕਿਨ ਅੱਜ ਦਾ ਜੋ ਟਾਈਮ ਪੀਰੀਅਡ ਹੈ ਅਸੀਂ ਇਹ ਕਵਾਂਗੇ ਕਿ ਭਾਰਤ ਦੇ ਵਿੱਚ ਭਾਰਤ ਦੀਆਂ ਸਾਰੀਆਂ ਨੀਡਸ ਫੁੱਲਫਿਲ ਹੋ ਜਾਂਦੀਆਂ ਨੇ ਤੇ ਬਿਲਕੁਲ ਪੋਸੀਬਲ ਨਹੀਂ ਹੈ। ਸਾਨੂੰ ਹਰ ਇੱਕ ਕੰਟਰੀ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਹਰ ਇੱਕ ਚੀਜ਼ ਸਾਡੀ ਕੰਟਰੀ 'ਚ ਨਹੀਂ ਮਿਲਦੀ। ਠੀਕ ਹੈ, ਸਾਨੂੰ ਦੂਸਰੀ ਕੰਟਰੀ ਦੀ ਜ਼ਰੂਰਤ ਪੈਂਦੀ ਹੈ, ਸੋ ਅਸੀਂ ਇੱਕ ਫੋਰਨ ਪੋਲਿਸੀ ਅਪਣਾਈ। ਤੁਸੀਂ ਸੁਣਿਆ ਹੋਊਗਾ ਸ਼ੁਰੂ ਦੇ ਵਿੱਚ ਨਾ, ਜਦੋਂ ਨਰਿੰਦਰ ਮੋਦੀ ਜੀ ਆਏ ਸੀਗੇ, ਸੁਣਿਆ ਹੋਏਗਾ ਉਹ ਅਮਰੀਕਾ ਜਾ ਰਹੇ ਆ, ਉਹ ਬ੍ਰਾਜ਼ੀਲ ਜਾ ਰਹੇ ਆ, ਉਹ ਚੀਨ ਜਾ ਰਹੇ ਆ, ਇੰਗਲੈਂਡ ਜਾ ਰਹੇ ਆ। ਕਿਉਂ ਜਾ ਰਹੇ ਆ? ਟਰੈਵਲ ਨਹੀਂ ਸੀ ਕਰ ਰਹੇ, ਪਿਕਨਿਕ ਨਹੀਂ ਸੀ ਮਨਾਉਣ ਜਾ ਰਹੇ, ਉਹ ਫੋਰਨ ਪੋਲਿਸੀ ਕਰਦੇ ਸੀ, ਮਤਲਬ ਵਿਦੇਸ਼ ਨੀਤੀ ਕਰਦੇ ਸੀ। ਦੂਜੀ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਕੋਈ ਸੰਧੀ, ਕੋਈ ਸਮਝੌਤਾ ਕਰਕੇ ਆਉਂਦੇ ਸੀ। ਠੀਕ ਹੈ, ਸੋ ਤੁਸੀਂ ਅਗਰ ਤੁਹਾਨੂੰ ਕੋਈ ਬਹੁਤ ਅੱਛੇ ਤਰੀਕੇ ਵਾਲੀ ਯਾਦ ਹੈ, ਜਿੱਦਾਂ ਸਾਡੇ PM ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਅਮਰੀਕਾ ਦੇ ਵਿੱਚ ਵੀ ਗਏ ਸੀਗੇ, ਜੋ ਚੀਜ਼ ਤੁਹਾਨੂੰ ਯਾਦ ਹੈ ਉਸ ਚੀਜ਼ ਨੂੰ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਕੋਆਪਰੇਸ਼ਨਸ ਵਿਦ ਦ ਯੂਨਾਈਟਿਡ ਨੇਸ਼ਨ, ਕਹਿੰਦੇ ਸੰਯੁਕਤ ਰਾਸ਼ਟਰ ਦੇ ਨਾਲ ਸਹਿਯੋਗ। ਕਹਿੰਦੇ ਜਦੋਂ ਤੋਂ ਸੰਯੁਕਤ ਰਾਸ਼ਟਰ ਮਤਲਬ ਆਪਣੀ ਪੋਜੀਸ਼ਨ ਤੇ ਆਇਆ ਵਾ, ਕਹਿੰਦੇ ਭਾਰਤ ਨੇ ਉਹਦੇ ਵਿੱਚ ਬਹੁਤ ਮੇਨ ਰੋਲ ਅਦਾ ਕੀਤਾ ਵਾ। ਠੀਕ ਹੈ, ਯਾਨੀ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਭਾਰਤ ਨੇ ਇੱਕ ਮੇਨ ਰੋਲ ਅਦਾ ਕੀਤਾ ਵਾ। ਕਹਿੰਦੇ ਭਾਰਤ ਉਹਦੀਆਂ ਬਹੁਤ ਸਾਰੀਆਂ ਏਜੰਸੀਆਂ ਦੇ ਵਿੱਚੋਂ, ਯਾਨੀ ਕਿ ਯੂਨਾਈਟਿਡ ਨੇਸ਼ਨ ਦੀਆਂ ਬਹੁਤ ਸਾਰੀਆਂ ਏਜੰਸੀਆਂ ਦੇ ਵਿੱਚੋਂ ਭਾਰਤ ਵੀ ਇੱਕ ਏਜੰਸੀ ਸੀ। ਠੀਕ, ਸੋ ਕਹਿੰਦੇ ਇਸ ਦੇ ਨਾਲ ਭਾਰਤ ਆ ਜਿਹੜਾ, ਕਹਿੰਦੇ ਕਿ ਭਾਰਤ ਨੇ ਬਹੁਤ ਸਾਰੇ ਸਿਧਾਂਤ ਅਪਣਾਏ, ਭਾਰਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਸੀਗਾ ਸਹਿਯੋਗ ਕਰਨਾ, ਕੋਆਪਰੇਟ ਕਰਨਾ ਸਟਾਰਟ ਕੀਤਾ। ਕੋਆਪਰੇਟ ਕਿਹਨਾਂ ਦੇ ਨਾਲ ਕੀਤਾ? ਭਾਰਤ ਨੇ ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਦੇ ਨਾਲ ਕੋਆਪਰੇਟ ਕੀਤਾ। ਕਹਿੰਦੇ ਬਹੁਤ ਸਾਰੇ ਦੇਸ਼ ਸੀ, ਜਿਵੇਂ ਨਾਮ ਯਾਦ ਰੱਖਣਾ, ਕਾਂਗੋ, ਗਾਜ਼ਾ, ਮਿਸਰ, ਈਰਾਨ, ਇਰਾਕ। ਠੀਕ ਹੈ, ਇਹ ਬਹੁਤ ਸਾਰੇ ਦੇਸ਼ ਸੀ ਨਾ, ਇਹਨਾਂ ਵਿੱਚ ਸ਼ਾਂਤੀ ਨਹੀਂ ਸੀ ਸਥਾਪਿਤ ਹੋ ਰਹੀ। ਭਾਰਤ ਜਿਹੜਾ ਯੂਨਾਈਟਿਡ ਨੇਸ਼ਨ ਦਾ ਇੱਕ ਮੈਂਬਰ ਸੀਗਾ ਤੇ ਭਾਰਤ ਨੇ ਇਹਨਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕੀਤੀ ਸੀ। ਠੀਕ, ਅੱਛਾ ਮੇਰੀ ਇੱਕ ਗੱਲ ਹੋਰ ਸੁਣੋ, ਹੁਣ ਯੂਨਾਈਟਿਡ ਨੇਸ਼ਨ ਕਿਉਂ ਬਣਾਇਆ ਗਿਆ? ਕੀ ਜ਼ਰੂਰਤ ਪੈ ਗਈ ਸੀ ਐਵੇਂ ਯੂਨਾਈਟਿਡ ਨੇਸ਼ਨ ਬਣਾਉਣ ਦੀ? ਯੂਨਾਈਟਿਡ ਨੇਸ਼ਨ ਇਸ ਲਈ ਬਣਾਇਆ ਗਿਆ ਸੀਗਾ ਕਿਉਂਕਿ ਬਹੁਤ ਸਾਰੀਆਂ ਕੰਟਰੀ ਜਿਹੜੀਆਂ ਕਿ ਆਜ਼ਾਦ ਹੋਈਆਂ ਸੀ, ਉਹਨਾਂ ਨੇ ਆਪਸ ਦੇ ਵਿੱਚ ਕੋਆਪਰੇਟ ਕੀਤਾ। ਠੀਕ ਹੈ, ਕਿ ਮੰਨ ਲਓ ਕੋਈ ਜਿੱਦਾਂ ਹੁਣ ਬਹੁਤ ਸਾਰੀਆਂ ਕੰਟਰੀ ਨੇ ਨਾ ਆਪਸ ਦੇ ਵਿੱਚ ਕੋਆਪਰੇਟ ਕੀਤਾ ਸੀ। ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ 193 ਮੈਂਬਰ ਨਹੀਂ, ਸ਼ੁਰੂ ਦੇ ਵਿੱਚ ਇਹਦੇ ਵਿੱਚ 51 ਮੈਂਬਰ ਸੀਗੇ, ਪਤਾ ਨਹੀਂ ਤੁਹਾਡੇ ਇੱਥੇ ਲਿਖਿਆ ਕਿ ਨਹੀਂ ਲਿਖਿਆ। ਤੋ ਕਹਿੰਦੇ ਕਿ ਸ਼ੁਰੂ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ 51 ਮੈਂਬਰ ਸੀਗੇ, ਹੁਣ ਇਹਨਾਂ ਦੇ ਮੈਂਬਰ ਦੀ ਜਿਹੜੀ ਗਿਣਤੀ ਹੈਗੀ ਆ 193 ਹੋ ਚੁੱਕੀ ਹੈ। ਯੂਨਾਈਟਿਡ ਨੇਸ਼ਨ ਇਸ ਲਈ ਬਣਾਇਆ ਸੀ, ਹੁਣ ਉਹਦੇ ਵਿੱਚ 193 ਮੈਂਬਰ ਨੇ ਨਾ, ਬਾਈ ਚਾਂਸ ਕਿਸੇ ਇੱਕ ਕੰਟਰੀ ਤੇ ਕੋਈ ਕੰਟਰੀ ਹਮਲਾ ਕਰਦੀ ਹੈ, ਉਹ ਜਿੰਨੇ ਬਾਕੀ ਦੇ ਬਾਕੀ ਦੇਸ਼ ਹੁੰਦੇ ਆ ਨਾ, ਉਹ ਸਾਰੇ ਉਸ ਕੰਟਰੀ ਤੇ ਅਟੈਕ ਕਰਦੇ ਆ ਕਿ ਤੁਸੀਂ ਕਿਉਂ ਸਾਡੇ ਮੈਂਬਰ ਦੇ ਉੱਤੇ ਅਟੈਕ ਕੀਤਾ। ਇਸ ਲਈ ਯੂਨਾਈਟਿਡ ਨੇਸ਼ਨ ਬਣਾਇਆ ਗਿਆ ਸੀ। ਭਾਰਤ ਨੇ ਇਹਦੇ ਵਿੱਚ, ਵੈਸੇ ਤਾਂ ਭਾਰਤ ਕਹਿੰਦਾ ਸੀਗਾ, ਜਦੋਂ ਆਪਾਂ ਸ਼ੁਰੂ ਦੇ ਵਿੱਚ ਕਿਹਾ ਸੀ ਨਨ ਅਲਾਈਨਮੈਂਟ ਮੂਵਮੈਂਟ ਕੀ ਆ, ਭਾਰਤ ਕਹਿੰਦਾ ਮੈਂ ਕਿਸੇ ਗਰੁੱਪ 'ਚ ਨਹੀਂ ਸ਼ਾਮਿਲ ਹੋਣਾ, ਮੈਂ ਫਰੀडम 'ਚ ਰਹਿਣਾ, ਮੈਂ ਫਰੀडम 'ਚ ਰਹਿਣਾ। ਹੁਣ ਯੂਨਾਈਟਿਡ ਨੇਸ਼ਨ ਬਣਿਆ ਤੇ ਭਾਰਤ ਨੇ ਪਾਰਟਿਸਿਪੇਟ ਕੀਤਾ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਨਹੀਂ ਸੀ ਕਿਹਾ ਗਿਆ ਮੇਰੇ ਗਰੁੱਪ 'ਚ ਸ਼ਾਮਿਲ ਹੋਵੋ। ਯੂਨਾਈਟਿਡ ਨੇਸ਼ਨ 'ਚ ਕਿਹਾ ਗਿਆ ਸੀ ਬਾਈ ਚਾਂਸ ਕਿਸੇ ਕੰਟਰੀ ਨੂੰ ਖਤਰਾ ਵਾ, ਆਪਾਂ ਸਾਰੇ ਮਿਲ ਕੇ ਉਹਦਾ ਸਾਥ ਦੇਵਾਂਗੇ, ਤਾਂ ਭਾਰਤ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਠੀਕ, ਉਸ ਤੋਂ ਬਾਅਦ ਤੁਹਾਨੂੰ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਆਂਦਾ ਹੁੰਦਾ ਸਪੋਰਟ ਆਫ ਦਾ ਡਿਸਆਰਮਾਮੈਂਟ। ਇਹ ਕੁਐਸਚਨ ਬਹੁਤ ਵਾਰ ਆਇਆ ਵਾ, 2 ਨੰਬਰ ਦੇ ਵਿੱਚ ਵੀ ਆ ਜਾਂਦਾ ਤੇ 4 ਨੰਬਰ ਦੇ ਵਿੱਚ ਵੀ ਆ ਜਾਂਦਾ ਕਿ ਡਿਸਆਰਮਾਮੈਂਟ ਕੀ ਹੈ। ਡਿਸਆਰਮਾਮੈਂਟ ਦਾ ਮਤਲਬ ਹੁੰਦਾ ਨਿਸ਼ਸਤਰੀਕਰਨ। ਹੁਣ ਤੁਸੀਂ ਆਪਣੇ ਆਪ ਡਿਸਆਰਮਾਮੈਂਟ ਤੇ ਨਿਸ਼ਸਤਰੀਕਰਨ ਯਾਦ ਰੱਖ ਲਿਓ। ਨਿਸ਼ਸਤਰ ਯਾਨੀ ਕਿ ਵੈਪਨ ਤੋਂ ਬਿਨਾਂ। ਦਰਅਸਲ ਭਾਰਤ ਦੇ ਵਿੱਚ ਹਥਿਆਰਾਂ ਦੀ ਦੌੜ ਨੂੰ ਘੱਟ ਕਰਨ ਦੇ ਲਈ ਨਿਸ਼ਸਤਰੀਕਰਨ ਅਪਣਾਇਆ ਗਿਆ ਸੀ। ਠੀਕ ਹੈ,
क्योंकि शुरू ਦੇ ਵਿੱਚ ਇਹਦੇ 18 ਮੈਂਬਰ ਸੀਗੇ, ਠੀਕ ਹੈ, ਕਮੇਟੀ ਬਣੀ ਹੋਈ ਸੀ। ਕਹਿੰਦੇ ਇਹਦਾ ਮਕਸਦ ਸਿਰਫ ਇੱਕੋ ਹੀ ਸੀ, ਭਾਰਤ ਨੂੰ ਹਰ ਪੱਧਰ ਦੇ ਉੱਤੇ ਕਿਹਾ ਜਾਵੇ ਕਿ ਉਹ ਭਾਰਤ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ ਹਥਿਆਰ ਵਗੈਰਾ ਨਾ ਬਣਾਵੇ, ਠੀਕ ਹੈ, ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ। ਸੋ ਉਹਨੂੰ ਕਿਹਾ ਜਾਂਦਾ ਸੀ ਨਿਸ਼ਸਤਰੀਕਰਨ। ਕਿਉਂਕਿ ਨਾ ਸ਼ੁਰੂ ਦੇ ਵਿੱਚ ਜਦੋਂ ਫਰਸਟ ਵਰਲਡ ਵਾਰ ਹੋਈ, ਸੈਕੰਡ ਵਰਲਡ ਵਾਰ ਹੋਈ, ਭਾਰਤ ਦੇ ਜਿਹੜੇ ਨਾਲ ਗਰੁੱਪ ਮੈਂਬਰ ਵਗੈਰਾ ਸੀਗੇ ਨਾ, ਇਹਨਾਂ ਨੇ ਵੀ ਹਥਿਆਰ ਬਣਾਉਣੇ ਸਟਾਰਟ ਕਰਤੇ। ਕਿਉਂਕਿ ਕਹਿੰਦੇ ਜਦੋਂ ਕੋਈ ਸਾਡੇ ਤੇ ਅਟੈਕ ਕਰੇਗਾ, ਅਸੀਂ ਕੀ ਉਹਨਾਂ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਅਟੈਕ ਕਰਾਂਗੇ? ਸਾਡੇ ਕੋਲ ਵੀ ਤਾਂ ਵੈਪਨ ਹੋਣੇ ਚਾਹੀਦੇ, ਅਸੀਂ ਤਾਂ ਅਟੈਕ ਕਰਾਂਗੇ ਨਾ। ਤੇ ਜਿੰਨੀਆਂ ਕੰਟਰੀ ਸੀ ਇਹਨਾਂ ਨੇ ਕੀ ਕੀਤਾ, ਜ਼ਿਆਦਾ ਤੋਂ ਜ਼ਿਆਦਾ ਮਤਲਬ ਨਾ ਵੈਪਨ ਬਣਾਉਣੇ ਸਟਾਰਟ ਕਰਤੇ। ਤੇ ਭਾਰਤ ਕਹਿੰਦਾ ਜਿਹੜਾ ਮੇਰੇ ਨਾਲ ਸਪੋਰਟ ਕਰ ਰਿਹਾ ਉਹ ਨਿਸ਼ਸਤਰੀਕਰਨ ਕਰੇ। ਨਿਸ਼ਸਤਰੀ ਮਤਲਬ ਡਿਸਆਰਨਾਮੈਂਟ ਨੂੰ ਅਪਣਾਵੇ। ਡਿਸਆਰਨਾਮੈਂਟ ਦਾ ਮਤਲਬ ਹਥਿਆਰਾਂ ਦੀ ਦੌੜ ਨੂੰ ਘੱਟ ਕਰਨਾ, ਮਤਲਬ ਵੈਪਨਸ ਨਹੀਂ ਬਣਾਣੇ, ਅਗਰ ਬਣਾਣੇ ਆ ਤਾਂ ਲਿਮਿਟਡ, ਠੀਕ ਹੈ। ਤਾਂ ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਹੈਲਪ ਇਨ ਦਾ ਫਰੀडम ਆਫ ਸਲੇਵ ਕੰਟਰੀ। ਕਹਿੰਦੇ ਭਾਰਤ ਨੇ ਕਿਹਾ ਸੀ ਜਿਹੜੀ ਸਲੇਵਰੀ ਸਿਸਟਮ ਆ ਨਾ ਭਾਰਤ ਦੇ ਉੱਤੇ ਇੱਕ ਲਾਨਤ ਆ, ਠੀਕ ਹੈ, ਇੱਕ ਬਲੈਕ ਡਾਟ ਹੈ। ਸੋ ਇਸ ਲਈ ਕਹਿੰਦੇ ਕਿ ਭਾਰਤ ਅਕਸਰ ਹੀ ਹਰੇਕ ਨੂੰ ਫਰੀडम ਦਿਵਾਉਣ ਦੇ ਬਾਰੇ ਵਿੱਚ ਸੋਚਦਾ ਸੀ। ਭਾਰਤ ਕਹਿੰਦੇ ਇਸ ਚੀਜ਼ ਦਾ ਸਪੋਰਟ ਕਰਦਾ ਸੀ ਕਿ ਫਿਲਿਸਤੀਨੀਆਂ ਦੇ ਲੋਕਾਂ ਨੂੰ ਫਰੀडम ਮਿਲਣੀ ਚਾਹੀਦੀ ਹੈ, ਠੀਕ ਹੈ, ਤੇ ਇਜ਼ਰਾਈਲ ਦੇ ਅਧੀਨ ਉਹਨਾਂ ਦਾ ਜਿਹੜਾ ਵੀ ਇਲਾਕਾ ਹੈਗਾ ਫਿਲਿਸਤੀਨੀਆਂ ਨੂੰ ਵਾਪਸ ਕਰ ਦੇਣਾ ਚਾਹੀਦਾ ਵਾ, ਠੀਕ ਹੈ। ਫਿਲਿਸਤੀਨੀਆਂ ਦੇ ਲੋਕ ਨਾ ਫਰੀडम ਦੇ ਵਿੱਚ ਨਹੀਂ ਸੀ। ਜਿਹੜਾ ਫਿਲਿਸਤੀਨੀਆਂ ਨਾ, ਫਿਲਿਸਤੀਨੀਆਂ ਇਹਦੇ ਕੁਝ ਇਲਾਕੇ ਇਜ਼ਰਾਈਲ ਦੇ ਕੋਲ ਸੀ। ਭਾਰਤ ਨੇ ਇਜ਼ਰਾਈਲ ਨੂੰ ਕਿਹਾ ਵੀ ਜਿਹੜੇ ਇਲਾਕੇ ਫਿਲਿਸਤੀਨੀ ਦੇ ਆ ਉਸਨੂੰ ਵਾਪਸ ਕਰ, ਠੀਕ ਹੈ। ਬੰਗਲਾਦੇਸ਼ ਵੀ ਆਜ਼ਾਦ ਨਹੀਂ ਸੀ। ਭਾਰਤ ਨੇ ਬਹੁਤ ਸਪੋਰਟ ਕੀਤੀ ਬੰਗਲਾਦੇਸ਼ ਦੀ ਕਿ ਨਹੀਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਜਾਵੇ। ਤਿੱਬਤ ਦੇ ਲੋਕਾਂ ਦੇ ਨਾਲ ਨਾ ਬਹੁਤ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀ। ਭਾਰਤ ਨੇ ਉੱਥੇ ਵੀ ਬੜੀ ਸਪੋਰਟ ਕੀਤੀ ਕਿ ਨਾ ਡਿਸਕ੍ਰਿਮੀਨੇਸ਼ਨ ਕੀਤਾ ਜਾਵੇ। ਜ਼ਿੰਬਾਬਵੇ ਹੋ ਗਿਆ, ਠੀਕ ਹੈ। ਤੋ ਜ਼ਿੰਬਾਬਵੇ ਜਿਹੜਾ ਸੀਗਾ ਤੇ ਨੀਬੀਆ ਜਿਹੜਾ ਸੀਗਾ, ਇਹਨੂੰ ਵੀ ਫਰੀडम ਦਿਵਾਉਣ ਦੇ ਵਿੱਚ ਭਾਰਤ ਨੇ ਬਹੁਤ ਹੈਲਪ ਕੀਤੀ ਆ। ਦਰਅਸਲ ਭਾਰਤ ਖੁਦ ਇੱਕ ਗੁਲਾਮ ਦੇਸ਼ ਰਹਿ ਚੁੱਕਾ ਨਾ, ਸੋ ਭਾਰਤ ਨੇ ਤਾਂ ਅਕਸਰ ਹੀ ਇਹ ਚੀਜ਼ ਬੋਲੀ ਹੈ ਕਿ ਮੈਂ ਕਿਸੇ ਕੰਟਰੀ ਨੂੰ ਗੁਲਾਮ ਨਹੀਂ ਰਹਿਣ ਦੇਣਾ, ਸਲੇਵਰੀ ਸਿਸਟਮ ਮੈਨੇ ਖਤਮ ਕਰਨਾ ਹੈ। ਨੈਕਸਟ ਫੇਥ ਇਨ ਪੰਚਸ਼ੀਲ। ਇਹ ਵੀ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਆਂਦਾ ਵਾ, ਲਿਖ ਲਓ ਇਹਨੂੰ ਸ਼ਾਰਟ ਆਨਸਰ ਟਾਈਪ, ਠੀਕ। ਸੋ ਭਾਰਤ ਜਿਹੜਾ ਸੀਗਾ ਇਹਨੇ ਪੰਚਸ਼ੀਲ ਨੂੰ ਅਪਣਾਇਆ। 29 ਅਪ੍ਰੈਲ 1954 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਪ੍ਰਧਾਨ ਮੰਤਰੀ ਸ਼੍ਰੀ ਚਾਓ ਐਨ ਲਾਈ, ਠੀਕ ਹੈ, ਚਾਓ ਐਨ ਲਾਈ ਨੇ ਕੀ ਕੀਤਾ, ਤਿੱਬਤ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਪ੍ਰਧਾਨ ਮੰਤਰੀ ਸ਼੍ਰੀ ਚਾਓ ਐਨ ਲਾਈ, ਦੋਵਾਂ ਨੇ ਤਿੱਬਤ ਦੇ ਵਿੱਚ ਸਮਝੌਤਾ ਕੀਤਾ, ਯਾਨੀ ਕਿ ਇੱਕ ਟ੍ਰੀਟੀ ਕੀਤੀ ਜਿਹਨੂੰ ਅਸੀਂ ਬੋਲਦੇ ਸੀ ਪੰਚਸ਼ੀਲ, ਠੀਕ ਹੈ। ਹੁਣ ਇਹਨਾਂ ਪੰਚਸ਼ੀਲ ਦੇ ਵਿੱਚ ਹੈਗਾ ਕੀ ਸੀ, ਕਹਿੰਦੇ ਮਿਊਚੁਅਲ ਰਿਸਪੈਕਟ ਫॉर ਈਚ ਅਦਰ, ਟੈਰੀਟੋਰੀਅਲ ਇੰਟੀਗ੍ਰੇਸ਼ਨ ਐਂਡ ਸੋਵਰੇਨਿਟੀ। ਦੇਖੋ ਉਹਨਾਂ ਨੇ ਕਿਹਾ ਵਾ ਅਸੀਂ ਦੋਵੇਂ ਇੱਕ ਦੂਜੇ ਦੀ ਅਖੰਡਤਾ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਾਂਗੇ। ਯਾਦ ਕਰੋ ਇੱਕ ਚੀਜ਼ ਹੁਣ ਨੋਟ ਕਰਿਓ, ਮੈਨੇ ਬੋਲਿਆ ਸਮਝੌਤਾ ਹੋਇਆ ਵਾ, ਠੀਕ ਹੈ, ਕੋਆਪਰੇਸ਼ਨ ਹੋਈ ਹੈ ਕਿਹਦੇ ਵਿੱਚ, ਭਾਰਤ ਤੇ ਚੀਨ। ਹੁਣ ਅਸੀਂ ਸਮਝੌਤਾ ਤੋੜਦੇ ਪਏ ਆ ਨਾ, ਜੇ ਤੁਹਾਨੂੰ ਯਾਦ ਹੋਵੇ ਮਾੜਾ ਮੋਟਾ ਤਾਂ, ਤੇ ਅਸੀਂ ਸਮਝੌਤਾ ਤੋੜਿਆ ਹੋਇਆ ਵਾ, ਠੀਕ ਹੈ। ਸੌਰੀ ਮੇਰੀ ਆਵਾਜ਼ ਕੱਟ ਹੋ ਗਈ ਸੀ। तो मैंने बोलिया कि समझौता किहदे च होया वा, दो च, भारत ते चीन च। हुण भी समझौते टुटे ही है ना, तां ही असीं चाइना दीयां चीज़ां लैणियां बंद कीतियां ने। सो ये समझौता 1945 दे विच होया सी, जिस च कहा गया सी असीं दोवें एक दूजे दी बाउंडरी ते रिस्पैक्ट करांगे। नन एग्रीगेशन मतलब ਅਸੀਂ ਇੱਕ ਦੂਜੇ ਤੇ ਹਮਲਾ ਨਹੀਂ ਕਰਾਂਗੇ। ਨਨ ਇੰਟਰਫੇਰੈਂਸ ਇਨ ਦਾ ਇੰਟਰਨਲ ਅਫੇਅਰ ਆਫ ਈਚ ਅਦਰ, ਅਸੀਂ ਇੱਕ ਦੂਜੇ ਦੇ ਕੰਮਾਂ 'ਚ ਦਖਲ ਅੰਦਾਜ਼ੀ ਨਹੀਂ ਕਰਾਂਗੇ। ਇਕੁਅਲ ਐਂਡ ਦਾ ਮਿਊਚੁਅਲ ਕੋਆਪਰੇਸ਼ਨ, ਅਸੀਂ ਆਪਸ ਦੇ ਵਿੱਚ ਸਮਾਨਤਾ ਤੇ ਸਹਿਯੋਗ ਰੱਖਾਂਗੇ। ਪੀਸਫੁਲ ਕੋਐਗਜ਼ਿਸਟੈਂਸ ਮਤਲਬ ਸ਼ਾਂਤਮਈ ਚੀਜ਼ਾਂ ਨੂੰ ਬਣਾਈ ਰੱਖਾਂਗੇ, ਠੀਕ ਹੈ। ਸਮਝੌਤਾ ਕੀਤਾ ਗਿਆ ਸੀ, ਦੋਵਾਂ ਨੇ ਦਸਤਖਤ ਕਰਤੇ, ਸਾਈਨ ਕਰਤੇ, ਸਮਝੌਤਾ ਕੰਟੀਨਿਊ ਹੋ ਗਿਆ। ਲੇਕਿਨ 1962 ਇਹ ਸਨ ਬੇਟਾ ਬਹੁਤ ਯੂਨੀਕ ਹੈ। ਇੱਕ 71 ਹੋ ਗਿਆ, ਇੱਕ 62 ਹੋ ਗਿਆ। ਉਦੋਂ ਸਾਡੇ ਤੇ ਅਟੈਕ ਹੀ ਕੀਤੇ ਸੀਗੇ,
62 ਦੇ ਵਿੱਚ ਫਰਸਟ ਟਾਈਮ ਚਾਈਨਾ ਨੇ ਸਾਡੇ ਤੇ ਅਟੈਕ ਕੀਤਾ। ਠੀਕ, ਉਸ ਤੋਂ ਬਾਅਦ ਪਿੱਛੇ ਜੇ ਅਟੈਕ ਕੀਤਾ ਸੀ ਜਦੋਂ ਇਹਨੇ ਸਾਡੇ ਫੌਜੀ ਮਾਰੇ 2019 ਚ। ਠੀਕ ਹੈ, तो याद इस चीज ਦੇ ਲਈ ਰੱਖਣਾ ਕਿ ਫਰਸਟ ਟਾਈਮ ਅਟੈਕ ਚਾਈਨਾ ਦੇ ਦੁਆਰਾ 1962 ਦੇ ਵਿੱਚ ਭਾਰਤ ਤੇ ਕੀਤਾ ਗਿਆ। ਹੁਣ ਆ ਪੰਚਸ਼ੀਲ ਦਾ ਜਿਹੜਾ ਸਿਧਾਂਤ ਆ, ਪੰਚਸ਼ੀਲ ਦਾ ਟੁੱਟ ਗਿਆ। 45 ਦੇ ਵਿੱਚ ਸਿਧਾਂਤ ਤੇ ਅਸੀਂ ਇੱਕ ਦੂਜੇ ਦੇ ਨਾਲ ਟ੍ਰੀਟੀ ਕਰ ਰਹੇ ਹਾਂ ਜੀ। 62 ਦੇ ਵਿੱਚ ਚਾਈਨਾ ਸਾਡੇ ਤੇ ਹਮਲਾ ਕਰ ਰਹੀ, ਇਹਦਾ ਮਤਲਬ ਹੈ ਕਿ ਜਿਹੜਾ ਸਮਝੌਤਾ ਕੀਤਾ ਸੀ, ਸਮਝੌਤਾ ਹੁਣ ਟੁੱਟ ਚੁੱਕਾ ਸੀ। ਠੀਕ, ਉਸ ਤੋਂ ਬਾਅਦ ਤੁਹਾਡਾ ਆ ਜਾਂਦਾ use of the atomic energy for peaceful purpose। ਠੀਕ ਹੈ, ਕਹਿੰਦੇ ਪਰਮਾਣੂ ਸ਼ਾਂਤੀ ਦਾ ਸਮਝੌਤਾ, ਪਰਮਾਣੂ ਸ਼ਾਂਤੀ ਦਾ ਸ਼ਾਂਤੀਪੂਰਨ ਉਦੇਸ਼ਾਂ ਲਈ ਪ੍ਰਯੋਗ। ਦੇਖੋ ਐਟੋਮਿਕ ਮਤਲਬ ਜਿਹੜੇ ਹੈਗੇ ਆ, ਐਟੋਮਿਕ એનર્ਜੀ ਦਾ ਮਤਲਬ ਹੁੰਦਾ ਵਾ ਬੰਬ ਬਲਾਸਟ ਕਰਾਣੇ, ਬੰਬ। ਠੀਕ ਹੈ ਨਾ, ਬਲਾਸਟ ਕਰਵਾਉਣੇ ਤਾਂ ਵਟਐਵਰ ਇਦਾਂ ਹੀ ਮੈਂ ਬੋਲਤਾ, ਬੰਬ ਇਹਨਾਂ ਦਾ ਮਤਲਬ ਹੁੰਦਾ ਵਾ ਪਰਮਾਣੂ ਸ਼ਕਤੀ। ਦਰਅਸਲ ਭਾਰਤ ਨੇ ਗੱਲ ਕਹੀ ਸੀ, ਕਹਿੰਦੇ ਅਸੀਂ ਨਾ ਯੂਜ਼ ਕਰਾਂਗੇ, ਨੋ ਡਾਊਟ ਅਸੀਂ ਨਹੀਂ ਯੂਜ਼ ਕਰਾਂਗੇ, ਅਸੀਂ ਯੂਜ਼ ਕਰਾਂਗੇ ਪਰਮਾਣੂ ਬੰਬ, ਲੇਕਿਨ ਸਿਰਫ ਇੱਕ ਪੀਸਫੁਲ ਪਰਪਸ ਦੇ ਲਈ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ। ਠੀਕ ਹੈ, 1968 ਦੇ ਵਿੱਚ ਜਿਹੜਾ ਭਾਰਤ ਸੀਗਾ, ਕਹਿੰਦੇ ਉਹਨੇ ਇੱਕ ਸੰਧੀ ਕੀਤੀ ਸੀ NPT, ਨਿਊਕਲੀਅਰ ਨਾਨ ਪ੍ਰੋਲੀਫਿਕੇਸ਼ਨ ਟ੍ਰੀਟੀ। ਠੀਕ ਹੈ, ਨਿਊਕਲੀਅਰ ਨਾਨ ਪ੍ਰੋਲੀਫਿਕੇਸ਼ਨ ਟ੍ਰੀਟੀ ਇਸਨੇ ਕੀਤੀ। 1996 ਦੇ ਵਿੱਚ CTBT ਕੀਤੀ। CTBT ਕੀ ਸੀ? ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ। ਕਹਿੰਦੇ ਬਟ ਜਿਹੜੀ CTBT ਸੰਧੀ ਸੀ ਨਾ, ਇਤੋਂ ਇਹਨੇ ਸਾਈਨ ਕਰਨ ਤੋਂ ਨਾ ਕਰਤਾ। ਹੁਣ ਤੁਸੀਂ ਦੇਖੋ, ਮੈਂ CTBT ਦਾ ਮਤਲਬ ਦੱਸੂਗੀ। ਕੰਪਰੀਹੈਂਸਿਵ ਟੈਸਟ ਬੈਨ, ਟੈਸਟ ਮਤਲਬ ਜਿਹੜਾ ਹੈਗਾ ਵਾ, ਮਤਲਬ ਅਸੀਂ ਟੈਸਟ ਕਰ ਕਰਕੇ ਨਹੀਂ ਦੇਖਣਾ। ਬੈਨ ਟ੍ਰੀਟੀ ਮਤਲਬ ਕਿ ਭਾਰਤ ਨੂੰ ਕਿਹਾ ਗਿਆ ਸੀਗਾ ਕਿ ਜਿਹੜੇ ਤੁਸੀਂ ਆਹ ਕਰਕੇ ਦੇਖਦੇ ਪਏ ਨਾ, ਤੁਸੀਂ ਕਹਿੰਦੇ ਆ ਕਿ ਅਸੀਂ ਸ਼ਾਂਤਮਈ ਚੀਜ਼ਾਂ ਦੇ ਲਈ ਆਪਣੇ ਪਰਮਾਣੂ ਯੂਜ਼ ਕਰਾਂਗੇ, ਕਹਿੰਦੇ ਨਹੀਂ ਟੈਸਟ ਕਰਕੇ ਦੇਖਣੇ। ਦਰਅਸਲ ਭਾਰਤ ਨੇ ਕੀ ਕੀਤਾ ਸੀ, ਪੋਖਰਨ ਦਾ ਇੱਕ ਇਲਾਕਾ ਸੀ 1974 ਦੇ ਵਿੱਚ, ਪੋਖਰਨ ਦੇ ਵਿੱਚ ਇਹਨੇ ਧਮਾਕਾ ਕੀਤਾ ਸੀ। ਠੀਕ ਹੈ, ਅਟਲ ਬਿਹਾਰੀ ਵਾਜਪਾਈ ਜੀ ਦੀ ਉਦੋਂ ਗਵਰਨਮੈਂਟ ਸੀਗੀ ਤੇ ਇਹਨੇ ਕੀ ਕੀਤਾ, ਧਮਾਕਾ ਕੀਤਾ। ਸਾਰੇ ਦੇਸ਼ਾਂ ਨੇ ਬਹੁਤ ਨਿੰਦਿਆ ਕੀਤੀ ਭਾਰਤ ਦੀ ਕਿ ਮਤਲਬ ਕਿਉਂ ਤੁਸੀਂ ਧਮਾਕਾ ਕਰਕੇ ਦੇਖਿਆ, ਤੇ ਭਾਰਤ ਦੇ ਲੋਕਾਂ ਨੇ ਕਿਹਾ ਵੀ ਦੇਖੋ ਮੰਨਿਆ ਅਸੀਂ ਧਮਾਕਾ ਕੀਤਾ ਹੈ, ਮੰਨਿਆ ਅਸੀਂ ਬਲਾਸਟ ਕਰਕੇ ਦੇਖਿਆ ਵਾ, ਲੇਕਿਨ ਅਸੀਂ ਪੀਸਫੁਲ ਪਰਪਸ ਦੀ ਕਰਕੇ ਦੇਖਿਆ। ਅਸੀਂ ਜਸਟ ਇਹ ਦੇਖਿਆ ਵਾ ਕਿ ਜੇ ਅਸੀਂ ਬਲਾਸਟ ਕਰਦੇ ਹਾਂ ਤੇ ਸਾਡੇ ਜਿਹੜੇ ਬੰਬ ਹੈਗੇ ਨੇ ਕਿੰਨੇ ਏਰੀਆ ਨੂੰ ਖਰਾਬ ਕਰ ਸਕਦੇ ਆ, ਅਦਰਵਾਈਜ਼ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਠੀਕ ਹੈ, ਸੋ ਸਾਰੇ ਦੇਸ਼ਾਂ ਨੇ ਬਹੁਤ ਮਤਲਬ ਤਿੱਖਾ ਵਿਰੋਧ ਕੀਤਾ ਇਸ ਚੀਜ਼ ਦਾ। ਸੋ ਕਹਿੰਦੇ ਕਿ ਇਹ ਉਦੇਸ਼ ਨੂੰ ਮੁੱਖ ਰੱਖ ਕੇ 11 ਮਈ 1998 ਦੇ ਵਿੱਚ ਪੋਖਰਨ ਵਿਖੇ 3 ਅਤੇ 13 ਮਈ 1998 ਨੂੰ 2 ਪਰਮਾਣੂ ਧਮਾਕੇ ਕੀਤੇ। ਠੀਕ ਹੈ, ਕਿਉਂ ਧਮਾਕੇ ਕੀਤੇ? ਮਤਲਬ ਉਹਨਾਂ ਨੇ ਜਸਟ ਇੱਕ ਟੈਸਟ ਕਰਕੇ ਦੇਖਿਆ ਸੀ, ਹੋਰ ਕੁਝ ਨਹੀਂ ਸੀ, ਲੇਕਿਨ ਸਾਰੇ ਦੇਸ਼ਾਂ ਨੇ ਇਹਦਾ ਖੰਡਨ ਕੀਤਾ, ਬੋਲਿਆ ਏਦਾਂ ਨਹੀਂ ਕਰਨਾ ਚਾਹੀਦਾ ਸੀ। ਅਟਲ ਬਿਹਾਰੀ ਵਾਜਪਾਈ ਜੀ ਦੁਆਰਾ ਕਿਹਾ ਗਿਆ ਲਿਵ ਐਂਡ ਲੈਟ ਲਿਵ ਦੇ ਵਿੱਚ ਵਿਸ਼ਵਾਸ ਰੱਖੋ। ਠੀਕ ਹੈ, ਪਰਮਾਣੂ ਮਤਲਬ ਅਸੀਂ ਠੀਕ ਹੈ ਤੁਸੀਂ ਉਹਦਾ ਪ੍ਰਯੋਗ ਕਰ ਰਹੇ ਹੋ ਪਰਮਾਣੂਆਂ ਦਾ, ਲੇਕਿਨ ਤੁਸੀਂ ਇਸ ਤਰ੍ਹਾਂ ਮਤਲਬ ਟੈਸਟ ਕਰ ਕਰਕੇ ਤਾਂ ਨਾ ਐਟਲੀਸਟ ਦੇਖੋ। ਠੀਕ, ਸੋ ਕਹਿੰਦੇ ਅੱਜ ਤੱਕ ਭਾਰਤ ਦਾ 6ਵਾਂ, ਅੱਜ ਭਾਰਤ ਆ ਨਾ ਜਿਹੜਾ 6ਵਾਂ ਪਰਮਾਣੂ ਦੇਸ਼ ਬਣ ਚੁੱਕਾ। ਮਤਲਬ ਅੱਜ ਭਾਰਤ ਦੇ ਵਿੱਚ ਇੰਨੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ। 2006 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਸੀ ਜਾਰਜ W ਬੁਸ਼, ਉਹਨਾਂ ਨੇ ਭਾਰਤ ਦੀ 3 ਦਿਨਾਂ ਦੀ ਯਾਤਰਾ ਕੀਤੀ। ਠੀਕ ਹੈ, ਤੇ ਉੱਥੇ ਕਹਿੰਦੇ ਕਿ 14 ਪਰਮਾਣੂ ਬਿਜਲੀ ਘਰਾਂ ਨੂੰ ਬਾਲਣ ਦੇਣਾ, ਜਿਹੜੇ ਇੱਥੇ ਪਰਮਾਣੂ ਹਥਿਆਰ ਬਣਦੇ ਆ ਨਾ, ਤੋ ਅੱਗ ਕਿਸੇ ਟਾਈਪ ਦੀ ਉਹਨਾਂ ਨੂੰ ਜ਼ਰੂਰਤ ਹੋਏਗੀ ਕਿ ਅੱਗ ਨਾਲ ਬਣਦੇ ਨੇ ਉਹ, ਤੇ ਅਮਰੀਕਾ ਦੇ ਜਿਹੜਾ ਜਾਰਜ ਬੁਸ਼ ਸੀ ਉਹਨੇ ਬੋਲਿਆ ਕਿ ਠੀਕ ਆ ਮੈਂ ਭਾਰਤ ਨੂੰ ਟੈਕਨੋਲੋਜੀ ਦਊਂਗਾ, ਭਾਰਤ ਬਣਾ ਲਵੇ ਜਿਹੜੇ ਬੰਬ ਬਣਾਉਣੇ ਇਹ। ਠੀਕ ਹੈ, ਇਸ ਤਰ੍ਹਾਂ ਸਾਡਾ ਸਮਝੌਤਾ ਹੋਇਆ ਸੀ। ਕਹਿੰਦੇ 1 ਅਗਸਤ 2008 ਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ IAEA, ਠੀਕ ਹੈ, 6 ਸਤੰਬਰ 2008 ਨੂੰ ਕਹਿੰਦੇ ਨਿਊਕਲੀਅਰ ਸਪਲਾਈ ਗਰੁੱਪ ਦਾ ਮੈਂਬਰ ਬਣਿਆ ਸੀ ਭਾਰਤ। ਯਾਨੀ ਕਿ ਹੁਣ ਭਾਰਤ ਨੂੰ ਵੀ ਸਪਲਾਈ ਕੀਤੀ ਜਾਏਗੀ ਬੰਬ ਵਗੈਰਾ ਬਣਾਉਣ ਦੀ।
दरअसल जो साडा समझौता हो गया सी ना उदों असीं बंब बना सकते सीगे अमेरिका दे नाल समझौता कीता सीगा 2008 ਦੇ ਵਿੱਚ ਕਹਿੰਦੇ ਸਾਡਾ ਸਮਝੌਤਾ ਹੋ ਗਿਆ ਸੀਗਾ ਕਹਿੰਦੇ 34 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਸਾਡੇ ਤੇ ਰੋਕਾਂ ਲੱਗੀਆਂ ਸੀ ਨਾ ਵੀ ਤੁਸੀਂ ਨਹੀਂ ਬਣਾਣੇ ਬੰਬ ਨਹੀਂ ਬਣਾਣੇ ਕਹਿੰਦੇ ਉਹ ਰੋਕਾਂ ਹੁਣ ਮਸੀਂ ਖੁੱਲੀਆਂ ਸੀਗੀਆਂ ਜਿਹਦੇ ਕਰਕੇ ਕਹਿੰਦੇ ਫਿਰ ਅਸੀਂ ਆਹ ਚੀਜ਼ਾਂ ਬਣਾਉਣੀਆਂ ਸਟਾਰਟ ਕੀਤੀਆਂ ਸੀਗੀਆਂ ਬੰਬ ਵਗੈਰਾ ਨਵੰਬਰ 2010 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਵਿੱਚ ਯਾਤਰਾ ਕੀਤੀ ਤੇ ਕਹਿੰਦੇ ਉਹਨਾਂ ਨੇ 45 ਮੈਂਬਰੀ ਪਰਮਾਣੂ ਸਪਲਾਈ ਯਾਨੀ ਕਿ ਨਿਊਕਲੀਅਰ ਸਪਲਾਈ ਗਰੁੱਪ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਠੀਕ ਹੈ ਭਾਰਤ ਨੇ ਵੀ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ ਪੂਰੀ ਤਰ੍ਹਾਂ ਸਪੋਰਟ ਕਰੋ ਮਤਲਬ ਮੈਨੂੰ ਮੈਂਬਰ ਬਣਾਈ ਰੱਖੋ ਮੈਨੂੰ ਸਪੋਰਟ ਕਰੋ ਮੈਂ ਕਦੇ ਵੀ ਆਪਣੀ ਪਾਵਰ ਨੂੰ ਕਹਿੰਦਾ ਮਿਸਯੂਜ਼ ਨਹੀਂ ਕਰਾਂਗਾ ਠੀਕ ਹੈ ਭਾਰਤ ਨੇ ਇਹ ਚੀਜ਼ਾਂ ਬੋਲੀਆਂ ਕਿ ਮੈਂ ਆਪਣੀ ਪਾਵਰ ਨੂੰ ਕਦੇ ਮਿਸਯੂਜ਼ ਨਹੀਂ ਕਰਾਂਗਾ ਨੈਕਸਟ ਦੇਖੋ ਜਿੱਥੇ ਲਿਖਿਆ ਹੈਗਾ ਵਾ opposition to imperialism and colonialism ਇੱਥੇ ਵੀ ਲਿਖੋ short answer type question ठीक है point देखो 11 नंबर है तो opposition to imperialism and colonialism ਕਹਿੰਦੇ ਭਾਰਤ ਹਰ ਤਰ੍ਹਾਂ ਦੇ ਨਾਲ imperialism ਤੇ colonialism ਦੇ ਅਗੇਂਸਟ ਸੀ ਅੱਛਾ ਇਹ ਕੀ ਹੋਇਆ imperialism colonialism ਇਹਦਾ ਮਤਲਬ ਹੈ ਬਸਤੀਵਾਦ ਭਾਰਤ ਨਾ ਨਹੀਂ ਸੀ ਚਾਹੁੰਦਾ ਕਿ ਸਾਮਰਾਜਵਾਦ ਬਣੇ ਬਸਤੀਵਾਦ ਬਣੇ ਕਿਉਂਕਿ ਇਹਦਾ ਮਤਲਬ ਤਾਂ ਫੇਰ ਹੀ ਇਹ ਆ ਗਿਆ ਕਿ ਫੇਰ ਇੱਕ ਕੰਟਰੀ ਕਿਸੇ ਦੂਜੇ ਕੰਟਰੀ ਦੇ ਅੰਡਰ ਰਹੇਗੀ ਭਾਰਤ ਕਹਿੰਦਾ ਮੈਂ ਇਦਾਂ ਕੁਝ ਬਣਾਉਣਾ ਹੀ ਨਹੀਂ ਹੈ ਮੈਂ ਐਕਸਪਲੋਟੇਸ਼ਨ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਉਹਨੇ ਕਿਹਾ ਕਿ ਜਦੋਂ ਤੱਕਰ ਇੰਪੀਰੀਅਲਿਜ਼ਮ ਕਲੋਨੀਅਲਿਜ਼ਮ ਨਹੀਂ ਖਤਮ ਹੋ ਜਾਂਦਾ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਬਣ ਸਕਦੀ ਹੈਗੀ ਠੀਕ ਹੈ ਸੋ ਭਾਰਤ ਇਹਨਾਂ ਨੂੰ ਖਤਮ ਕਰਨ ਦੇ ਵਿੱਚ ਯਕੀਨ ਰੱਖਦਾ ਸੀ ਭਾਰਤ ਨੇ ਇੰਡੋਨੇਸ਼ੀਆ ਲੀਬੀਆ ਟੂਨੀਸ਼ੀਆ ਮੋਰੋਕੋ ਅਲਜੀਰੀਆ ਸਾਰਿਆਂ ਨੂੰ ਫ੍ਰੀडम ਦਵਾਈ ਸੀ ਇਜ਼ਰਾਈਲ ਤੱਕ ਨੂੰ ਦਵਾਈ ਸੀ ਠੀਕ ਹੈ ਇਸ ਲਈ ਭਾਰਤ ਕਹਿੰਦਾ ਸੀ ਇੰਪੀਰੀਅਲਿਜ਼ਮ ਕਲੋਨੀਅਲਿਜ਼ਮ ਗੱਲ ਤਾਂ ਉੱਥੇ ਹੀ ਆ ਗਈ ਕਿ ਇੱਕ ਕੰਟਰੀ ਦੂਜੇ ਦੇ ਅੰਡਰ ਰਹੇਗੀ ਇਹੀ ਤਾਂ ਅਸੀਂ ਚਾਹੁੰਦੇ ਨਹੀਂ ਕਿ ਇੱਕ ਕੰਟਰੀ ਦੂਜੀ ਕੰਟਰੀ ਦੇ ਅੰਡਰ ਰਵੇ ਉਸ ਤੋਂ ਬਾਅਦ ਆਪੋਜੀਸ਼ਨ ਟੂ ਦਾ ਰੇਸਿਜ਼ਮ ਠੀਕ ਹੈ ਕਿ ਨਸਲਵਾਦ ਦਾ ਵਿਰੋਧ ਦਰਅਸਲ ਕਹਿੰਦੇ ਇੰਪੀਰੀਅਲਿਜ਼ਮ ਕਲੋਨੀਅਲਿਜ਼ਮ ਦੇ ਨਾਲ ਨਾਲ ਨਾ ਰੇਸ ਤੇ ਬੇਸ ਤੇ ਲੋਕ ਇੱਕ ਦੂਜੇ ਨਾਲ ਬਹੁਤ ਡਿਸਕ੍ਰਿਮੀਨੇਸ਼ਨ ਕਰਦੇ ਸੀ ਤੁਸੀਂ ਦੱਖਣ ਅਫਰੀਕਾ ਵਿੱਚ ਜਾ ਕੇ ਦੇਖੋ ਲੋਕ ਨਾ ਕਲਰ ਦੇ ਬੇਸ ਤੇ ਬਹੁਤ ਡਿਸਕ੍ਰਿਮੀਨੇਸ਼ਨ ਕਰਦੇ ਆ ਗਾਂਧੀ ਜੀ ਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਹੋਇਆ ਸੀ ਜਿਹਦੇ ਕਰਕੇ ਬਾਅਦ ਵਿੱਚ ਨਸਲ ਦੇ ਬੇਸ ਤੇ ਰੇਸ ਦੇ ਬੇਸ ਤੇ ਕੋਈ ਡਿਸਕ੍ਰਿਮੀਨੇਸ਼ਨ ਨਾ ਕਰੇ ਇਸ ਲਈ ਜਦੋਂ ਯੂਨਾਈਟਿਡ ਨੇਸ਼ਨ ਬਣਾਇਆ ਗਿਆ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਨਸਲ ਦੇ ਬੇਸ ਤੇ ਰੇਸ ਦੇ ਬੇਸ ਤੇ ਇੱਕ ਦੂਜੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਕੀਤਾ ਜਾਵੇ 1978 ਦੇ ਵਿੱਚ ਭਾਰਤ ਨੇ ਨਾ ਡੇਵਿਸ ਕੱਪ ਇੰਟਰਨੈਸ਼ਨਲ ਟੈਨਿਸ ਮੈਚ ਹੁੰਦਾ ਵਾ ਇਹ ਤੇ ਦੱਖਣ ਅਫਰੀਕਾ ਦੇ ਨਾਲ ਹੋਣਾ ਸੀ ਅਸੀਂ ਖੇਡਣ ਤੋਂ ਇਨਕਾਰ ਕਰਤਾ ਸੀ ਕਿਹਾ ਕਿ ਤੁਸੀਂ ਉਦਾਂ ਸਾਡਾ ਕੋਈ ਬੰਦਾ ਉੱਥੇ ਜਾਵੇ ਤੁਸੀਂ ਉਹਨਾਂ ਨੂੰ ਕਾਲੇ ਕਾਲੇ ਕਹਿੰਦੇ ਆ ਤੇ ਹੁਣ ਤੁਹਾਡੇ ਨਾਲ ਮੈਚ ਖੇਲੀਏ ਅਸੀਂ ਨਾ ਕਰਤੀ ਠੀਕ ਸੋ ਇਸ ਤਰ੍ਹਾਂ ਉਸ ਤੋਂ ਬਾਅਦ ਰਿਸਪੈਕਟ ਫॉर ਦਾ ਹਿਊਮਨ ਰਾਈਟ ਠੀਕ ਇਹ ਵੀ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਆਏਗਾ ਕਿ ਮਨੁੱਖੀ ਅਧਿਕਾਰਾਂ ਦਾ ਸਤਿਕਾਰ 10 ਦਸੰਬਰ 1948 ਨੂੰ ਕਹਿੰਦੇ ਕਿ ਇੱਕ ਘੋਸ਼ਣਾ ਕੀਤੀ ਗਈ ਘੋਸ਼ਣਾ ਦੇ ਵਿੱਚ ਕੀ ਕਿਹਾ ਗਿਆ ਕਿ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਹਿਊਮਨ ਬੀਇੰਗ ਆ ਉਹਨਾਂ ਦੀ ਰਿਸਪੈਕਟ ਕੀਤੀ ਜਾਏਗੀ ਠੀਕ ਹੈ ਉਹਨਾਂ ਦੇ ਕਿਸੇ ਵੀ ਰਾਈਟ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਤਲਬ ਜੇਲ੍ਹਾਂ 'ਚ ਬੰਦ ਨਹੀਂ ਕੀਤਾ ਜਾਏਗਾ ਹਿਊਮਨ ਰਾਈਟ ਕਮਿਸ਼ਨ ਬਣਾਇਆ ਗਿਆ ਜਿਹਦਾ ਕੰਮ ਇਹੀ ਸੀ ਕਿ ਹਰ ਟਾਈਪ ਦੇ ਨਾਲ ਇਹ ਦੇਖਣਾ ਕਿ ਸਿਚੁਏਸ਼ਨ ਠੀਕ ਹੈ ਕਿਸੇ ਦੇ ਨਾਲ ਕੁਝ ਬੁਰਾ ਤਾਂ ਨਹੀਂ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਨੈਕਸਟ ਹੈ opposition of the terrorism ਠੀਕ ਹੈ ਤੋ ਟੈਰਰਿਸਟ ਪਰਸਨ ਜਿਹੜੇ ਹੈਗੇ ਆਪਾਂ ਕਹਿੰਦੇ ਕਿ ਆਤੰਕਵਾਦ ਦਾ ਵਿਰੋਧ ਠੀਕ ਹੈ ਇਹ ਵੀ ਸ਼ਾਰਟ ਆਨਸਰ ਹੈ ਕੁਐਸਚਨ ਦੇ ਵਿੱਚ ਆਏਗਾ ਲਿਖ ਲਓ तो ਟੈਰਰਿਸਟ ਤੋਂ ਤਾਂ ਸਾਨੂੰ ਪਤਾ ਹੈ ਅਸੀਂ ਹਮੇਸ਼ਾ ਹੀ ਟੈਰਰਿਸਟ ਵਾਲੀਆਂ ਚੀਜ਼ਾਂ ਦੇ ਲਈ ਨਾ
मतलब ਅਸੀਂ ਪ੍ਰੋਬਲਮ ਦੇ ਵਿੱਚ ਫਸ ਜਾਂਦੇ ਆ। ਟੈਰਰਿਸਟ ਪਰਸਨ ਅਕਸਰ ਹੀ ਅਟੈਕ ਕਰਦੇ ਨੇ ਜਿਹਦੇ ਨਾਲ ਬਹੁਤ ਸਾਰੀਆਂ ਸਮੱਸਿਆ ਪੈਦਾ ਹੋ ਜਾਂਦੀਆਂ ਨੇ। ਕਹਿੰਦੇ ਅੱਜ ਤੱਕ 72,000 ਆਮ ਨਾਗਰਿਕ ਤੇ 12,000 ਕਹਿੰਦੇ ਕਿ ਪ੍ਰੋਟੈਕਸ਼ਨ ਦੇ ਅੰਡਰ ਜਿਹੜੇ ਪਰਸਨ ਸੀਗੇ ਕਹਿੰਦੇ ਉਹ ਸ਼ਿਕਾਰ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਦਾ। ਕਹਿੰਦੇ 1 ਦਸੰਬਰ ਅਸੀਂ ਨਾ ਹਮੇਸ਼ਾ ਨਾ ਇਹਨੂੰ ਸਟੋਰੀ ਦੀ ਤਰ੍ਹਾਂ ਸੁਣਨਾ ਇੱਕ ਵਾਰੀ। ਅਸੀਂ ਨਾ ਹਮੇਸ਼ਾ ਅਮਰੀਕਾ ਨੂੰ ਕਹਿੰਦੇ ਸੀਗੇ ਕਿ ਅਮਰੀਕਾ ਕਦੇ ਵੀ ਨਾ ਸਪੋਰਟ ਨਾ ਕਰੇ ਪਾਕਿਸਤਾਨ ਨੂੰ, ਕਿਉਂਕਿ ਪਾਕਿਸਤਾਨ ਦੇ ਵਿੱਚ ਨਾ ਟੈਰਰਿਸਟ ਦੇ ਪਰਸਨ ਨੂੰ ਖੁੱਲ੍ਹੇਆਮ ਸ਼ਰੇਆਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ ਕਿ ਸ਼ਰੇਆਮ ਉਹਨਾਂ ਨੂੰ ਨਾ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ। ਅਸੀਂ ਬੋਲਿਆ ਕਿ ਉਹਨਾਂ ਨੂੰ ਏਦਾਂ ਟ੍ਰੇਨਿੰਗ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਅਸੀਂ ਅਮਰੀਕਾ ਨੂੰ ਕਿਹਾ ਵੀ ਇਹ ਚੀਜ਼, ਅਮਰੀਕਾ ਨੇ ਕਦੇ ਨਹੀਂ ਮੰਨਿਆ। ਅਮਰੀਕਾ ਕਹਿੰਦੇ ਨਹੀਂ, ਤੁਹਾਨੂੰ ਮਤਲਬ ਭੁਲੇਖਾ ਪੈ ਰਿਹਾ ਵਾ, ਪਾਕਿਸਤਾਨ ਏਦਾਂ ਦੀ ਕੰਟਰੀ ਨਹੀਂ ਹੈ ਜਿਹੜੀ ਟੈਰਰਿਸਟ ਪਰਸਨ ਨੂੰ ਸ਼ਰੇਆਮ ਟ੍ਰੇਨਿੰਗ ਦੇਗੀ। ਅਸੀਂ ਹਮੇਸ਼ਾ ਬੋਲਿਆ, ਲੇਕਿਨ ਉਹਨੇ ਨਹੀਂ ਸੁਣੀ। 2001 ਦੇ ਵਿੱਚ ਜਦੋਂ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ ਤੇ ਇਕਨੋਮਿਕ ਕੰਡੀਸ਼ਨ ਦੇ ਉੱਤੇ ਆਤੰਕਵਾਦੀਆਂ ਨੇ ਅਟੈਕ ਕੀਤਾ ਭਾਰਤ ਦਿਆਂ ਨੇ, ਤਾਂ ਉਹਨੂੰ ਪਤਾ ਲੱਗਿਆ ਕਿ ਨਹੀਂ, ਵਾਕਈ ਹੀ ਇਹ ਟੈਰਰਿਸਟ ਦੇ ਪਰਸਨ ਨੂੰ ਜਿਹੜੀਆਂ ਹੈਗੀਆਂ ਟ੍ਰੇਨਿੰਗ ਦਿੰਦੇ। ਉਸ ਤੋਂ ਬਾਅਦ ਅਮਰੀਕਾ ਨੇ ਬਹੁਤ ਜ਼ਿਆਦਾ ਸਾਨੂੰ ਸਪੋਰਟ ਕਰਨੀ ਸਟਾਰਟ ਕੀਤੀ। ਅਦਰਵਾਈਜ਼ 2001 ਤੋਂ ਪਹਿਲਾਂ ਤੇ ਅਮਰੀਕਾ ਤੇ ਪਾਕਿਸਤਾਨ ਦਾ ਭਰਾ ਸੀ, ਬੜੀ ਸਪੋਰਟ ਕਰਦੇ ਸੀ ਇੱਕ ਦੂਜੇ ਨੂੰ। ਜਦੋਂ ਅਮਰੀਕਾ ਤੇ ਪਈ, ਜਦੋਂ 2001 ਚ ਅਮਰੀਕਾ ਤੇ ਹਮਲਾ ਕੀਤਾ, ਉਦੋਂ ਉਹਨੂੰ ਪਤਾ ਲੱਗਾ ਨਹੀਂ ਵੀ ਵਾਕਈ ਇਹਦੇ ਕੋਲ ਤਾਂ ਮਤਲਬ ਪਰਸਨ ਹੈਗੇ ਨੇ ਜਿਹਨੂੰ ਸ਼ਰੇਆਮ ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਕਹਿੰਦੇ ਕਿ 26 ਨਵੰਬਰ 2008, ਤੁਸੀਂ ਏਦਾਂ ਸੁਣਿਆ ਹੋਊਗਾ 26/11 ਦਾ ਹਮਲਾ, ਹੈਨਾ, ਕਸਾਬ ਵਾਲਾ ਸੁਣਿਆ ਹੋਊਗਾ ਜਦੋਂ ਤਾਜ ਹੋਟਲ ਤੇ ਉਹਨੇ ਅੱਗ ਲਾਈ, ਤਾਜ ਹੋਟਲ ਨੂੰ ਉਹਨੇ ਅੱਗ ਲਾਈ ਸੀ। 26/11 ਦਾ ਹਮਲਾ ਸੁਣਿਆ ਹੋਊਗਾ। ਐਪੀਸੋਡ ਵੀ ਬਹੁਤ ਸੋਹਣੇ ਸੋਹਣੇ ਹੁੰਦੇ 26/11 ਦੇ ਬੇਸ ਤੇ, ਬਹੁਤ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਗਿਆ ਕਿ ਕਿੱਦਾਂ ਹੋਟਲ ਸਾੜ ਕੇ ਇੰਨੇ ਲੱਖਾਂ ਲੋਕਾਂ ਦੀਆਂ ਜਾਨਾਂ ਪਾਕਿਸਤਾਨ ਵਾਲਿਆਂ ਨੇ ਲੈ ਲਈਆਂ ਸੀਗੀਆਂ। ਸੋ ਕਹਿੰਦੇ ਕਿ 400 ਲੋਕ ਉਸ ਸਮੇਂ ਜ਼ਖਮੀ ਹੋ ਗਏ ਸੀ। ਆਤੰਕਵਾਦੀਆਂ ਦੇ ਖਾਤਮੇ ਦੇ ਲਈ ਉਦੋਂ ਤੋਂ ਯਤਨ ਕੀਤਾ ਜਾ ਰਿਹਾ ਵੀ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਟੈਰਰਿਸਟ ਦੇ ਪਰਸਨ ਆ, ਜਿੰਨਿਆਂ ਨੂੰ ਵੀ ਉਹ ਸਪੋਰਟ ਕਰ ਰਹੇ ਆ, ਜਿੰਨਿਆਂ ਨੂੰ ਵੀ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਨੇ, ਖਤਮ ਕੀਤਾ ਜਾਵੇ। ਸੋ ਇਸ ਤਰ੍ਹਾਂ ਕਹਿੰਦੇ ਕਿ 2 ਮਈ 2011 ਦੇ ਵਿੱਚ ਐਬਟਾਬਾਦ ਵਿਖੇ ਅਮਰੀਕਾ ਦੁਆਰਾ ਕੀਤੀ ਗਈ ਇੱਕ ਸੰਮੇਲਨ ਦੇ ਵਿੱਚ ਉਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੇ ਅਲ-ਕਾਇਦਾ ਦਾ ਨਾਮ ਤਾਂ ਸੁਣਿਆ ਹੀ ਹੋਏਗਾ ਨਾ ਤੁਸੀਂ ਲੋਕਾਂ ਨੇ, ਠੀਕ ਹੈ। ਮਿਲਟਰੀ ਦੇ ਵਿੱਚ ਜਿਹੜਾ ਅਲ-ਕਾਇਦਾ ਸੀਗਾ ਉਹਨਾਂ ਦਾ ਹੈਡ ਜਿਹੜਾ ਸੀ ਉਸਾਮਾ ਬਿਨ ਲਾਦੇਨ, ਕਹਿੰਦੇ ਉਹਨਾਂ ਦੇ ਮਾਰੇ ਜਾਣ ਦੀ ਮਤਲਬ ਖਬਰ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਸੀ। ਅੱਛਾ, ਹਰੇਕ ਨੂੰ ਅੱਜ ਵੀ ਲੱਗਦਾ ਹੈ ਪਤਾ ਨਹੀਂ ਉਹ ਮਾਰਿਆ ਗਿਆ ਹੈ, ਪਤਾ ਨਹੀਂ ਜਿੰਦਾ ਵਾ, ਕਿਉਂਕਿ ਨਾ ਅਮਰੀਕਾ ਨੇ ਕਿਹਾ ਇਹੀ ਜਾਂਦਾ ਵਾ ਕਿ ਅਮਰੀਕਾ ਨੇ ਉਸਾਮਾ ਬਿਨ ਲਾਦੇਨ ਨੂੰ ਮਾਰਤਾ ਸੀ, ਲੇਕਿਨ ਉਹਦੀ ਖਬਰ ਤੱਕ ਪਾਕਿਸਤਾਨ ਵਾਲਿਆਂ ਨੂੰ ਨਹੀਂ ਸੀ ਦਿੱਤੀ ਕਿ ਅਸੀਂ ਉਹਨੂੰ ਮਾਰਿਆ ਵਾ ਕਿ ਨਹੀਂ ਮਾਰਿਆ। ਕਹਿੰਦੇ ਕਿ ਇਹ ਕਿਹਾ ਜਾਂਦਾ ਹੈਗਾ ਵਾ ਕਿ ਜੜ ਤੋਂ ਉਖਾੜਨ ਦੀ ਜ਼ਰੂਰਤ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਜਦੋਂ ਤੱਕ ਇਹਨਾਂ ਚੀਜ਼ਾਂ ਨੂੰ ਜੜ ਤੋਂ ਨਹੀਂ ਉਖਾੜਿਆ ਗਿਆ ਤੇ ਤੁਸੀਂ ਮੰਨ ਕੇ ਚੱਲੋ ਉਦੋਂ ਤੱਕ ਇਹ ਚੀਜ਼ਾਂ ਖਤਮ ਨਹੀਂ ਹੋਣ ਵਾਲੀਆਂ। ਠੀਕ ਹੈ, ਇਸ ਦੇ ਨਾਲ ਹੀ ਚੈਪਟਰ ਦਾ ਜਿਹੜਾ ਇਹ ਪੋਰਸ਼ਨ ਹੈਗਾ ਆਪਣਾ ਇੱਥੇ ਹੀ ਕੰਪਲੀਟ ਹੁੰਦਾ ਹੈ। ਨੈਕਸਟ ਚੈਪਟਰ ਨਿਕਾਲੋ ਜਿਹਦੇ ਵਿੱਚ ਲਿਖਿਆ ਹੋਇਆ ਵਾ ਇੰਡੀਆ ਐਂਡ ਯੂਨਾਈਟਿਡ ਨੇਸ਼ਨ। ਇਹਦਾ ਬਿਲਕੁਲ ਥੋੜਾ ਜਿਹਾ ਕਨਸੈਪਟ ਮੈਂ ਕਰਵਾਉਂਗੀ, ਨਿਕਾਲ ਲਓ। ਅੱਛਾ, ਨਿਕਾਲਣ ਤੋਂ ਬਾਅਦ ਤੁਸੀਂ ਦੇਖੋ ਲਿਖਿਆ ਹੋਏਗਾ 3 ਪੁਆਇੰਟ ਛੋੜ ਕੇ ਇੱਕ ਪੁਆਇੰਟ ਲਿਖਿਆ ਵਾ ਬਰਥ ਆਫ ਯੂਨਾਈਟਿਡ ਨੇਸ਼ਨ। ਸ਼ਾਰਟ ਆਂਸਰ ਟਾਈਪ ਕੁਐਸਚਨ ਦੇ ਵਿੱਚ ਆਏਗਾ, ਲਿਖੋ ਇੱਥੇ ਸ਼ਾਰਟ ਆਂਸਰ ਟਾਈਪ ਕੁਐਸਚਨ। ਠੀਕ ਹੈ, 10ਵਾਂ ਚੈਪਟਰ ਹੈ ਆਪਣਾ ਤੇ ਲਿਖੋ ਸ਼ਾਰਟ ਆਂਸਰ ਟਾਈਪ ਕੁਐਸਚਨ ਬਰਥ ਆਫ ਯੂਨਾਈਟਿਡ ਨੇਸ਼ਨ। ਸੋ ਕਹਿੰਦੇ ਸੰਸਾਰ ਜਿਸ ਸਮੇਂ ਪੂਰੀ ਤਰ੍ਹਾਂ ਭਿਆਨਕ ਚੀਜ਼ਾਂ ਦੇ ਅੰਡਰ ਸੀ, ਯੂਨਾਈਟਿਡ ਨੇਸ਼ਨ ਦੀ ਸਥਾਪਨਾ ਹੋਈ 24 ਅਕਤੂਬਰ 1945 ਨੂੰ ਸਨ ਫਰਾਂਸਿਸਕੋ ਦੇ ਵਿੱਚ ਇੱਕ ਸਬਮਿਟ ਕਰਵਾਈ ਗਈ, ਜਿਹਦੇ ਵਿੱਚ ਇੱਕ ਚਾਰਟ ਦੇ ਵਿੱਚ ਕਹਿੰਦੇ ਇੱਕ ਚਾਰਟ ਬਣਾਇਆ ਗਿਆ ਜਿਹਦੇ ਅਨੁਸਾਰ ਕਹਿੰਦੇ ਕਿ ਯੂਨਾਈਟਿਡ ਨੇਸ਼ਨ ਬਣਾਇਆ ਗਿਆ ਸੀ। ਯੂਨਾਈਟਿਡ ਨੇਸ਼ਨ ਦਾ ਜਿਹੜਾ ਇੱਕ ਦਫ਼ਤਰ ਹੈਗਾ ਵਾ, ਠੀਕ ਹੈ, ਨਿਊਯਾਰਕ ਦੇ ਵਿੱਚ ਹੈ। ਕਹਿੰਦੇ ਸ਼ੁਰੂ ਦੇ ਵਿੱਚ 51 ਮੈਂਬਰ ਆ, ਜਿਨ੍ਹਾਂ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਵਾ 193 ਹੋ ਗਈ ਹੈ। ਅੱਛਾ, ਏਮ ਆਫ ਯੂਨਾਈਟਿਡ ਨੇਸ਼ਨ, ਕਿਉਂ ਬਣਾਇਆ ਗਿਆ ਵੀ ਯੂਨਾਈਟਿਡ ਨੇਸ਼ਨ? ਕਹਿੰਦੇ ਕਿ ਇੱਕ ਦੂਜੇ ਦੇ ਦੇਸ਼ਾਂ ਵਿੱਚ ਸ਼ਾਂਤੀ ਬਣਾਉਣ ਦੇ ਲਈ, ਇੱਕ ਦੂਜੇ ਦੇ ਦੇਸ਼ਾਂ ਦਾ ਸਨਮਾਨ ਕਰਨ ਦੇ ਲਈ, ਇਕਨੋਮਿਕ, ਪੋਲੀਟੀਕਲ, ਕਲਚਰ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੋਆਪਰੇਸ਼ਨ ਕਰਨ ਦੇ ਲਈ ਇਹ ਸਿਸਟਮ ਚਲਾਇਆ ਗਿਆ ਸੀਗਾ।
ਸੋ ਆਪਣੇ ਆਪਣੇ ਦੇਸ਼ ਦੇ ਵਿੱਚ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ, ਕਿਸੇ ਤਰ੍ਹਾਂ ਦੀ ਕੋਈ ਚੀਜ਼ ਦੀ ਘਾਟ ਨਾ ਰਹਿ ਜਾਵੇ। ਸੋ ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨ ਦੇ ਲਈ, ਕੋਆਪਰੇਟ ਕਰਨ ਦੇ ਲਈ ਇਹ ਸਿਸਟਮ ਯੂਨਾਈਟਿਡ ਨੇਸ਼ਨ ਦੇ ਲਈ ਚਲਾਇਆ ਗਿਆ ਸੀ। ਕੰਪੋਜੀਸ਼ਨ ਆਫ ਯੂਨਾਈਟਿਡ ਨੇਸ਼ਨ, ਕਹਿੰਦੇ ਕੰਪੋਜੀਸ਼ਨ ਦੱਸੋ ਵੀ ਮਤਲਬ ਇਹ ਬਣਿਆ ਕਿੱਦਾਂ। ਅਸੀਂ ਕਵਾਂਗੇ 6 ਟਾਈਪ ਦੇ ਇਹਦੇ ਪਾਰਟ ਨੇ। ਪਹਿਲਾ ਹੈ ਮਹਾਸਭਾ, ਠੀਕ। ਸੋ ਮਹਾਸਭਾ ਜਿਹੜਾ ਹੈਗਾ ਵਾ ਇਹਦਾ ਇੱਕ ਮੇਨ ਪਾਰਟ ਹੈ ਜਿਹਦੇ ਵਿੱਚ 5 ਮੈਂਬਰ ਹੁੰਦੇ ਨੇ। ਕਹਿੰਦੇ ਹਰੇਕ ਮੈਂਬਰ ਇੱਕ ਵੋਟ ਪਾ ਸਕਦਾ ਵਾ। ਜਿਹੜਾ ਸੈਸ਼ਨ ਹੈਗਾ ਵਾ ਹਰ ਸਾਲ ਸਤੰਬਰ ਦੇ ਵਿੱਚ ਸ਼ੁਰੂ ਹੁੰਦਾ ਵਾ ਤੇ ਇਹਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਉੱਤੇ ਕਿੰਨਾ ਪੈਸਾ ਖਰਚ ਕੀਤਾ ਜਾਏਗਾ ਬਜਟ ਮਹਾਸਭਾ ਤਿਆਰ ਕਰਦੀ ਆ। ਫਿਰ ਹੈ ਜੀ ਸਿਕਿਉਰਿਟੀ ਕੌਂਸਲ। ਇਹਨੂੰ ਤਾਂ ਬੜੇ ਈਜ਼ੀ ਤਰੀਕੇ ਨਾਲ ਯਾਦ ਰੱਖਿਓ, 15 ਮੈਂਬਰ ਹੁੰਦੇ ਆ। ਜਿੰਨੇ ਆ ਨਾ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਆਣਗੇ, ਜਿੰਨੇ 6 ਦੇ 6 ਲਿਖੇ ਆ। ਸਿਕਿਉਰਿਟੀ ਕੌਂਸਲ ਦੇ ਟੋਟਲ 15 ਮੈਂਬਰ ਹੁੰਦੇ ਆ। ਇਹਨਾਂ ਵਿੱਚੋਂ 5 ਪਰਮਾਨੈਂਟ ਐਂਡ 10 ਜਿਹੜੇ ਹੁੰਦੇ ਆ ਟੈਂਪਰੇਰੀ ਬੇਸ ਤੇ ਹੁੰਦੇ ਆ। ਪਰਮਾਨੈਂਟ ਕਿਹੜੇ ਆ? ਅਮਰੀਕਾ, ਇੰਗਲੈਂਡ, ਫਰਾਂਸ, ਰੂਸ, ਚੀਨ, ਠੀਕ। ਤੇ ਟੈਂਪਰੇਰੀ ਕਿਹੜੇ ਆ? ਟੈਂਪਰੇਰੀ ਉਹ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਮੈਂਬਰ ਹਰ 2/3 ਟਾਈਮ ਤੋਂ ਬਾਅਦ ਜਿਹੜੇ ਹੈਗੇ ਆ ਰਿਜੈਕਟ ਕਰਕੇ ਨਵੇਂ ਮੈਂਬਰ ਸਿਲੈਕਟ ਕਰ ਲਏ ਜਾਂਦੇ ਆ। ਅੱਛਾ, ਇਹਨਾਂ ਦਾ ਕੰਮ ਕੀ ਆ? ਅਸੀਂ ਕਵਾਂਗੇ ਸ਼ਾਂਤੀ ਬਣਾਉਣਾ ਇਹਨਾਂ ਦਾ ਕੰਮ ਹੈ ਤੇ ਹਰੇਕ ਚੀਜ਼ ਦੇ ਬਾਰੇ ਚ ਡਿਸੀਜ਼ਨ ਲੈਣਾ ਇਹਨਾਂ ਦਾ ਕੰਮ ਹੈ। ਇਕਨੋਮਿਕ ਐਂਡ ਸੋਸ਼ਲ ਕੌਂਸਲ 54 ਮੈਂਬਰ ਨੇ। 1/3 ਮੈਂਬਰ ਰਿਟਾਇਰ ਹੋ ਜਾਂਦੇ ਨੇ, ਉਹਨਾਂ ਦੀ ਜਗ੍ਹਾ ਤੇ ਨਵੇਂ ਮੈਂਬਰ ਆ ਜਾਂਦੇ ਨੇ। ਕੰਮ ਕੀ ਹੈ ਕਿ ਸੋਸ਼ਲ ਇਕਨੋਮਿਕ ਬੇਸਿਸ ਦੇ ਉੱਤੇ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦਾ ਸੋਲੂਸ਼ਨ ਨਿਕਾਲਣਾ। ਟਰਸਟੀਸ਼ਿਪ ਕੌਂਸਲ, ਟਰਸਟੀਸ਼ਿਪ ਕੌਂਸਲ ਕੀ ਹੈ? ਕਹਿੰਦੇ ਜਿਹੜੇ ਲੋਕ ਬਹੁਤ ਜ਼ਿਆਦਾ ਬੈਕਵਰਡ ਨੇ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਟਰਸਟੀਸ਼ਿਪ ਕੌਂਸਲ ਚਲਾਈ ਗਈ ਹੈ, ਠੀਕ ਹੈ। ਸੋ ਕਹਿੰਦੇ ਮਹਾਸਭਾ ਦੇ ਅਕੋਰਡਿੰਗ ਕਹਿੰਦੇ ਇਹਦੇ ਮੈਂਬਰ ਜਿਹੜੇ ਆ ਸਿਲੈਕਟ ਕੀਤੇ ਜਾਂਦੇ ਆ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਨਿਆਂ ਅਦਾਲਤਾਂ। ਕਹਿੰਦੇ ਸੰਯੁਕਤ ਰਾਸ਼ਟਰ ਮਤਲਬ ਯੂਨਾਈਟਿਡ ਨੇਸ਼ਨ ਦਾ ਇੱਕ ਮੇਨ ਪਾਰਟ ਹੈਗਾ ਵਾ ਇੰਟਰਨੈਸ਼ਨਲ ਕੋਰਟ। 15 ਜੱਜਿਸ ਹੁੰਦੇ ਆ, ਠੀਕ ਹੈ। ਤੋ ਕਹਿੰਦੇ ਕਿ ਇਹਨਾਂ ਜਿਹੜੇ 1/3 ਮੈਂਬਰ ਆ 3 ਸਾਲ ਪਿੱਛੋਂ ਰਿਟਾਇਰ ਹੋ ਜਾਂਦੇ ਆ, ਫਿਰ ਨਵੇਂ ਮੈਂਬਰ ਚੁਣ ਲਏ ਜਾਂਦੇ। ਇਹਨਾਂ ਦਾ ਕੰਮ ਹੁੰਦਾ ਵਾ ਕਿ ਜਿੰਨੇ ਵੀ ਝਗੜੇ ਹੋ ਰਹੇ ਆ ਇੰਟਰਨੈਸ਼ਨਲ ਬੇਸਿਸ ਤੇ, ਹੁਣ 193 ਕੰਟਰੀਆਂ, ਕਿੱਦਾਂ ਪੋਸੀਬਲ ਕਿ ਨਾ ਲੜਨਗੀਆਂ, ਆਪਸ ਚ ਲੜਨਗੀਆਂ। ਹੁਣ ਸੋਲੂਸ਼ਨ ਕੌਣ ਨਿਕਾਲੇਗਾ? ਸੋਲੂਸ਼ਨ ਇਹ ਨਿਕਾਲੇਗਾ। ਸਕੱਤਰੇਤ ਇੰਪੋਰਟੈਂਟ ਪਾਰਟ ਹੈ ਇਸਦਾ। ਇਸ ਦੇ ਵਿੱਚ 9 ਮੈਂਬਰ ਹੁੰਦੇ ਆ। ਸ਼੍ਰੀ ਬਾਨ ਕੀ ਮੂਨ ਜਿਹੜੇ ਹੈਗੇ ਨੇ ਇਹਨਾਂ ਦੇ ਪ੍ਰੈਜ਼ੈਂਟ ਟਾਈਮ ਪੀਰੀਅਡ ਦੇ ਸਕੱਤਰੇਤ ਨੇ। ਸਪੈਸ਼ਲਾਈਜ਼ਡ ਏਜੰਸੀ ਆਫ ਦ ਯੂਨਾਈਟਿਡ ਨੇਸ਼ਨ, ਕਹਿੰਦੇ ਹੋਰ ਕਿਹੜੀਆਂ ਏਜੰਸੀਜ਼ ਨੇ? ਅਸੀਂ ਕਹਿੰਦੇ ਯੂਨਾਈਟਿਡ ਨੇਸ਼ਨ ਐਜੂਕੇਸ਼ਨ, ਸਾਇੰਟਿਫਿਕ ਐਂਡ ਕਲਚਰ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਵਰਲਡ ਹੈਲਥ ਆਰਗੇਨਾਈਜੇਸ਼ਨ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਬੈਂਕ ਆਫ ਦ ਰੀਕਨਸਟਰਕਸ਼ਨ ਆਫ ਡਿਵੈਲਪਮੈਂਟ ਆਰਗੇਨਾਈਜੇਸ਼ਨਸ, ਠੀਕ ਹੈ। ਕਹਿੰਦੇ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਨੇ ਸਾਰੀਆਂ ਦੀਆਂ ਸਾਰੀਆਂ ਏਜੰਸੀਜ਼ ਦੇ ਤੌਰ ਤੇ ਕੰਮ ਕਰਦੀਆਂ ਨੇ। ਅੱਛਾ, ਇੱਥੇ ਮੇਨ ਲਿਖੋ, ਵੈਰੀ 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 ਇੰਪੋਰਟੈਂਟ, ਕਿਉਂਕਿ ਪੂਰੇ ਦੇ ਪੂਰੇ A ਤੇ B ਪਾਰਟ ਨੂੰ ਅਗਰ ਮਿਲਾ ਲਿਆ ਜਾਵੇ ਨਾ, ਸਿਰਫ ਇਹੀ ਏਜੰਸੀਆਂ ਨੇ ਜਿਹਦੇ ਵਿੱਚ ਤੁਹਾਨੂੰ ਮਤਲਬ ਮੀਨਿੰਗ ਆ ਸਕਦਾ ਵਾ, ਜਿੱਦਾਂ ILO ਦਾ ਮੀਨਿੰਗ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਤੇ ਕਿਰਪਾ ਸਹਿਤ ਇਸ ਨੂੰ ਜ਼ਰੂਰ ਯਾਦ ਰੱਖਣਾ, ਠੀਕ ਹੈ। ਸੋ ਇਸ ਦੇ ਨਾਲ ਹੀ ਚੈਪਟਰ ਦਾ ਇਹ ਪੋਰਸ਼ਨ ਮੈਂ ਇੱਥੇ ਹੀ ਕਲੋਜ਼ ਕਰਵਾਉਂਦੀ ਹਾਂ।